ਲੇਖਕ ਨਾਨਕ ਸਿੰਘ। ਕਹਾਣੀ ਉੱਚਾ ਨੱਕ। ਠਹਿਰਾਂ ਝਾਟਾ ਆਪਣਾ, ਗਲ ਗਲ ਪਾਣੀ ਚੜਿਆ ਹੋਇਆ ਏ। ਬੂਹੇ ਤੇ ਹਾਥੀ ਪਏ ਝੂਲਦੇ ਨੇ। ਅਜੇ ਕਹਿੰਦੇ ਠਹਿਰ ਜਾ। ਮੈਂ ਆਨੀ ਆ ਖੌਰੇ ਤੈਨੂੰ ਖਾਧਾ ਪੀਤਾ ਕੀਕਣ ਲੱਗਦਾ ਏ। ਮੇਰੀ ਤੇ ਅੱਖ ਸੜ ਜਾਏ ਜੇ ਰਾਤੀ ਪਲਕਾਂ ਵੀ ਜੁੜਦੀਆਂ ਹੋਣ। ਪਰ ਭਲੀਏ ਲੋਕੇ ਹੁਣ ਡੁੱਬ ਤੇ ਨਹੀਂ ਨਾ ਮਰਨਾ। ਅਜੇ ਅਗਲਾ ਪਿੱਠਾ ਨਹੀਂ ਛਾਣਿਆ ਗਿਆ। ਵਰਾ ਨਹੀਂ ਹੋਇਆ ਵੱਡੀ ਵਿਆਹੀ ਨੂੰ। ਰਾਸ ਪੂੰਜੀ ਸਾਰੀ ਲਾ ਬੈਠੇ ਆਂ। ਕਰਜ਼ੇ ਨਾਲ ਸਿਰ ਵੀ ਗੰਜਾ ਹੋਇਆ ਪਿਆ ਏ। ਇਹ ਚਾਰ ਕੰਧਾਂ ਹੀ ਬਾਕੀ ਨੇ। ਜਿੱਦਣ ਵਿਕ ਸੜ ਜਾਣਗੀਆਂ ਠੰਡੀ ਹੋ ਬਹੇਂਗੀ। ਪਾਰਬਤੀ ਅੱਗ ਬਬੂਕਾ ਹੋ ਕੇ ਬੋਲੀ, ਤੇ ਜੰਮਦੀਆਂ ਨੂੰ ਮੋਹਰਾਂ ਦੇ ਦੇਣੀਆਂ ਸੀ ਨਾ। ਨਖਸਮੀਆਂ ਨੂੰ ਕਿਉਂ ਪਾਲ ਪਾਲ ਕੇ ਅੱਡੀਆਂ ਲਾਠੀਆਂ ਕੀਤੀਆਂ ਜੀ। ਪੱਗ ਵਿੱਚੋਂ ਸਿਰ ਖੁਰਕਦਾ ਹੋਇਆ ਦੀਵਾਨ ਸਿੰਘ ਬੋਲਿਆ, ਚੰਗਾ ਫਿਰ ਮੈਨੂੰ ਹੀ ਵੇਚ ਆ ਕਿਧਰੇ। ਤੂੰ ਤੇ ਘਰ ਬੈਠੀ ਜੇ ਮੂੰਹ ਨਾਲ ਗੱਲਾਂ ਮਟਕਾ ਛੱਡਣੀ ਏ। ਸਿਆਪੇ ਤਾਂ ਸਾਰੇ ਮੇਰੀ ਜਾਨ ਜੋਗੇ ਹੋਏ ਨਾ। ਜੇ ਤੂੰ ਪਾਣੀ ਵੇਖ ਕੇ ਠਹਿਲਦੀ ਹੋ ਤਾਂ ਇਹ ਪੁਆੜੇ ਕਾਹਨੂੰ ਪੈਂਦੇ। ਰੋਕਦਿਆਂ ਵੀ 3000 ਭੰਗ ਦੇ ਭਾੜੇ ਉਡਾ ਦਿੱਤਾ। ਜੇ ਰਤਾ ਸਿਆਣਪ ਨਾਲ ਚੱਲਦੀ ਤਾਂ ਇਸੇ ਨਾਲ ਵਿਆਹ ਨਾ ਹੋ ਜਾਂਦੇ। ਹਾਹੋ ਜੀ, 3 ਛੱਡ ਭਾਵੇਂ 30 ਹੋ ਜਾਂਦੇ ਕਿ। ਤੇ ਇਹ ਜਿਹੜਾ ਗਿੱਠ ਸਾਰਾ ਨੱਕ ਲਈ ਫਿਰਦੇ ਹੋ, ਇਹਨੂੰ ਕਿੱਥੇ ਲੁਕਾਉਂਦੇ। ਕੁੜਮਚਾਰੀਆਂ ਰੱਖਣੀਆਂ ਕੋਈ ਮਖੌਲ ਤੇ ਨਹੀਂ। ਸ਼ਰਮ ਤੇ ਨਹੀਂ ਆਉਂਦੀ ਹੋਣੀ ਗੱਲ ਕਰਦਿਆਂ। ਤੂੰ ਤੇ ਅੱਡੀਆਂ ਚੁੱਕ ਕੇ ਛਤੀਰਾਂ ਨੂੰ ਜੱਫੇ ਪਾ ਲਏ। ਪਰ ਕੁੜੀ ਦੀ ਉਮਰ ਤੇ ਗਲ ਗਈ ਨਾ। ਡੋਲੀਓਂ ਨਿਕਲਦਿਆਂ ਹੀ ਵਿਚਾਰੀ ਸਹੁਰੇ ਘਰ ਦੀ ਗੋਲ ਬਣ ਗਈ। ਕਹਿੰਦੀ ਹੁੰਦੀ ਸੈਂ ਮੇਰੀ ਧੀ ਜਾ ਕੇ ਰਾਜ ਕਰੇਗੀ। ਕਰਦੀ ਪਈ ਉਹ ਰਾਜ। ਹੱਥਾਂ ਦੀ ਮਹਿੰਦੀ ਹਜੇ ਲੱਥੀ ਨਹੀਂ ਤੇ ਛਾਲੇ ਅੱਗੋਂ ਹੀ ਪੈ ਗਏ ਸੀ। ਹਰ ਵੇਲੇ ਨਿਮਾਣੀ ਦੇ ਮੂੰਹ ਟੁੱਕਰ ਤੇ ਸਿਰ ਛਿੱਤਰ ਵਾਲਾ ਹਾਲ ਪਿਆ ਹੁੰਦਾ ਹੈ। 4 ਵੇਰਾਂ ਦਲੀਜਾ ਦੇ ਸਿਰ ਰਗੜਾਇਆਂ ਟੋਰਨ ਦਾ ਨਾਂ ਨਹੀਂ ਲੈਂਦੇ। ਸੱਸ ਨਨਾਣ 8 ਪੈਰ ਭੁੱਖੇ ਘਰ ਦੀਏ ਤੇ ਕਮੀਨੇ ਘਰ ਦੀ ਆਖ ਆਖ ਕੇ ਗਰੀਬਣੀ ਦਾ ਕਲੇਜਾ ਲਾਉਂਦੀਆਂ ਰਹਿੰਦੀਆਂ ਨੇ। ਦੱਸ ਹੁਣ ਉਹ ਵਿਚਾਰੀ ਤੇਰੀ ਜਾਨ ਨੂੰ ਰੋਵੇ ਕਿ ਮੇਰੀ ਨੂੰ। ਸ਼ਰਮਿੰਦਗੀ ਭਰੇ ਹੱਠ ਨਾਲ ਪਾਰਬਤੀ ਨੇ ਕਿਹਾ, ਇਹ ਤਾਂ ਸੰਜੋਗਾਂ ਦੀ ਗੱਲ ਏ, ਕਿਸੇ ਦਾ ਵੱਸ ਥੋੜਾ ਏ। ਮਾਪੇ ਧੀਆਂ ਨੂੰ ਜਨਮ ਦਿੰਦੇ ਨੇ, ਕਰਮ ਨਹੀਂ ਦਿੰਦੇ। ਆਪਣੀ ਵੱਲੋਂ ਮੈਂ ਕਿਹੜੀ ਗੱਲੋਂ ਫਰਕ ਕੀਤਾ ਸੀ ਉਸਦੀ ਵੀ ਆਪਣੀ ਪ੍ਰਲਬਧ ਜੋ। ਪਾਰਬਤੀ ਦੁਪੱਟੇ ਨਾਲ ਅੱਖਾਂ ਪੂੰਝਣ ਲੱਗ ਪਈ। ਦੀਵਾਨ ਸਿੰਘ ਬੋਲਿਆ, ਹੁਣ ਪ੍ਰਲਬਧ ਦਾ ਚੇਤਾ ਆ ਗਿਆ ਹੈ। ਕਹਿੰਦਾ ਨਾ ਸੀ ਵੀ ਸਾਨੀ ਸੇਤੀ ਕੀਜੀਏ ਨਾਤਾ ਵੈਰ ਪ੍ਰੀਤ। ਜਿੰਨਾ ਪਹਿਲਾਂ ਹੀ ਹਜ਼ਾਰਾਂ ਤੇ ਤੱਕ ਰੱਖ ਲਈ, ਉਹਨਾਂ ਕਦੇ ਨੂੰ ਧੀ ਨੂੰ ਸੁਖੀ ਵਸਣ ਦਿੱਤਾ। ਨਾ ਸਾਡੇ ਪਾਸੋਂ ਅਮੀਰਾਂ ਵਾਲੀ ਦਿੱਤ ਦਾਤ ਸਰੀ ਤੇ ਨਾ ਉਹਨਾਂ ਸਾਡੀ ਧੀ ਦਾ ਆਦਰ ਕੀਤਾ। ਜਾ ਕੇ ਵੇਖੋ ਤਾਂ ਪਤਾ ਲੱਗੇ, ਭਾਂਡੇ ਮਾਂਜਣ ਵਾਲੀਆਂ ਨੌਕਰਾਣੀਆਂ ਜਿੰਨੀ ਵੀ ਪੁੱਛ ਨਹੀਂ ਕੁੜੀ ਦੀ। ਫਿਰ ਇੰਨੀ ਤੇਰੇ ਨਾਲ ਹੋ ਚੁੱਕੀ ਹੈ, ਅਜੇ ਵੀ ਤੈਨੂੰ ਅਮੀਰ ਕੁੜਮਾਂ ਦੇ ਸੁਪਨੇ ਆਉਣ ਡਏ ਨੇ। ਉਹ ਰੁੜ ਜਾਣੇ ਕਮਜ਼ਾਤ ਨਿਕਲੇ ਤੇ ਹੁਣ ਸਾਰੇ ਹੀ ਉਹੋ ਜਿਹੇ ਹੋ ਗਏ। ਪੰਜੇ ਉਂਗਲਾਂ ਤੇ ਇੱਕੋ ਜੀਆਂ ਨਹੀਂ ਹੁੰਦੀਆਂ। ਖਾਣ ਵੇਲੇ ਪੰਜੇ ਹੀ ਇੱਕੋ ਜੀਆਂ ਹੋ ਜਾਈਆਂ ਕਰਦੀਆਂ ਨੇ। ਚੰਗਾ ਮੈਨੂੰ ਕੀ, ਮੈਂ ਝੱਖ ਮਾਰ ਬੈਠੀ ਆ। ਹੁਣ ਤੁਸੀਂ ਲੱਭ ਲਓ। ਮੇਰੇ ਵੱਲੋਂ ਮਨੁੱਖ ਦੀ ਥਾਂ ਰੁੱਖ ਨਾਲ ਵਿਆਹ ਦੇ। ਅਖੀਰ ਸ਼ੀਲਾ ਲਈ ਪਾਰਬਤੀ ਨੇ ਮੁੰਡਾ ਲੱਭ ਕੇ ਹੀ ਸਾਹ ਲਿਆ। ਸ਼ਗਨ ਦਿੱਤਾ ਗਿਆ ਤੇ ਫਿਰ ਸ਼ੀਲਾ ਦਾ ਵਿਆਹ ਨੇੜੇ ਆ ਟੁੱਕਾ। ਉਸਨੂੰ 7ਵੀਂ ਜਮਾਤ ਵਿੱਚੋਂ ਹੀ ਉਠਾ ਲਿਆ। ਪਾਰਬਤੀ ਨੇ ਮੁੰਡਾ ਲੱਭਣ ਵਿੱਚ ਕਮਾਲ ਦੀ ਹਿੰਮਤ ਵਿਖਾਈ। ਮੁੰਡਾ ਇੱਕ ਹੋਰ ਥਾਂ ਮੰਗਿਆ ਹੋਇਆ ਸੀ, ਪਰ ਪਾਰਬਤੀ ਨੇ ਕੁੜਮਾਂ ਦੀਆਂ ਵੱਧ ਚੜ ਕੇ ਇਨਾ ਕਬੂਲ ਕੀਤੀਆਂ। ਮੁੰਡੇ ਦੀ ਪਹਿਲੀ ਕੁੜਮਾਈ ਛਡਾ ਕੇ ਉਸਨੂੰ ਉਸਦੀ ਸ਼ੀਲਾ ਨਾਲ ਮੰਗਣੀ ਕਰ ਦਿੱਤੀ। ਉਹ ਜਦ ਭਵਿੱਖ ਨੂੰ ਅੱਖਾਂ ਅੱਗੇ ਲਿਆ ਕੇ ਸ਼ੀਲਾ ਨੂੰ ਅਮੀਰ ਵਹੁਟੀ ਦੇ ਰੂਪ ਵਿੱਚ ਵੇਖਦੀ ਤਾਂ ਖੁਸ਼ੀ ਨਾਲ ਉਸਦਾ ਪੈਰ ਜ਼ਮੀਨ ਤੇ ਨਹੀਂ ਸੀ ਲੱਗਦਾ। ਇਹੋ ਜਿਹੇ ਸੁੱਖਾਂ ਲੱਦੀ ਜਵਾਈ ਨੂੰ ਉਹ ਕਿਸੇ ਵੀ ਮੁੱਲ ਤੋਂ ਛੱਡਣ ਲਈ ਤਿਆਰ ਨਹੀਂ ਸੀ। ਦੀਵਾਨ ਸਿੰਘ ਪਿਛਲੇ ਤਜਰਬੇ ਨੂੰ ਦੁਹਰਾਉਂਦਾ ਹੋਇਆ ਬਥੇਰਾ ਖੱਪਿਆ ਖਿਜਿਆ, ਪਰ ਪਾਰਬਤੀ ਦੀ ਇੱਕੋ ਗੱਲ ਉਸਦੀਆਂ ਸਾਰੀਆਂ ਦਲੀਲਾਂ ਨੂੰ ਕੱਟ ਜਾਂਦੀ ਸੀ। ਉਹ ਕਹਿੰਦੀ, ਅਮੀਰ ਜਵਾਈ ਨੂੰ ਘਰ ਹੀ ਰੱਖ ਲਵਾਂਗੇ, ਦਿਨਾਂ ਵਿੱਚ ਲਹਿਰ ਬਹਿਰ ਹੋ ਜਾਵੇਗੀ। ਇਹ ਦਲੀਲ ਦੀਵਾਨ ਸਿੰਘ ਨੂੰ ਕਿੰਨੀ ਕੁ ਜੱਚਦੀ ਸੀ ਇਸ ਦਾ ਪਤਾ ਨਹੀਂ, ਪਰ ਉਸਨੂੰ ਪਾਰਬਤੀ ਅੱਗੇ ਹਾਰਨਾ ਜ਼ਰੂਰ ਪਿਆ। ਸ਼ੀਲਾ ਦਾ ਵਿਆਹ ਧੂਮ-ਧਾਮ ਨਾਲ ਹੋਇਆ। ਵਿਚਲੀ ਗੱਲ ਪਾਰਬਤੀ ਨੇ ਉਦੋਂ ਖੋਲੀ ਜਦ ਸ਼ੀਲਾ ਮਾਈਏ ਪੈ ਚੁੱਕੀ ਸੀ। ਇਸ ਨੂੰ ਸੁਣ ਕੇ ਦੀਵਾਨ ਸਿੰਘ ਦਾ ਰੰਗ ਬੱਗਾ ਪੂਣੀ ਹੋ ਗਿਆ, ਪਰ ਹੁਣ ਫਾਥੀ ਦਾ ਫੜਕਣ ਕੀ ਸੀ।
छाती ते पत्थर रख के दीवान सिंह ने इस गल पे ढोल नूं वजाया। होर तां सारा काम किसी न किसी तरह हो गया। दाज बनाउण विच भी कोई बहुता उचेच करन दी लोड़ न पई, क्योंकि अपनी हट्टी बजाजी दी सी। पर विदैगी वाला काम तो बड़ा औखा जापदा सी। रकम भी थोड़ी नहीं सी, पूरे 2000। इधर घर विच विआह दी गहमा गहमी सी ते उधर दीवान सिंह वसीका दी हट्टी बैठा रहणनामे दा कागज लिख रिहा सी। विआह हो गया। हर पासे लोकी इहो कहंदे सुनाई दिंदे सन भी बल्ले बल्ले विआह होवे तां इहो जिहा। पार्वती जिधरों लंघदी गली मुहल्ले दियां तीमियां हथला काम छड्ड के उस कोल खलोंदियां ते उसदी वडियाई दे पुल बन्नण लगीਆਂ। पार्वती ਨੂੰ ਇਸ ਵਿੱਚੋਂ ਕੋਈ ਅਨੋਖਾ ਹੀ ਸਵਾਦ ਆਉਂਦਾ ਸੀ। ਜਿੱਥੇ 2-4 ਤਰੀਮਤਾਂ ਦੀ ਢਾਣੀ ਹੋਵੇ, ਉਹ ਜਾਣ ਕੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਵਿੱਚ ਜਾ ਖਲੋਂਦੀ ਤੇ ਆਪਣੀਆਂ ਸਿਫਤਾਂ ਸੁਣ ਸੁਣ ਕੇ ਖੀਵੀ ਹੁੰਦੀ। ਵਿਆਹ ਤੋਂ ਵਿਹਲਿਆਂ ਹੋ ਕੇ ਦੀਵਾਨ ਸਿੰਘ ਨੇ ਹੱਟੀ ਦੀ ਸੁਰਤ ਲਈ। ਦੁਕਾਨ ਦਾ ਅੱਧਾ ਕੁ ਚੰਗਾ ਚੰਗਾ ਵਿਆਹ ਵਿੱਚ ਖਰਚ ਹੋ ਚੁੱਕਾ ਸੀ। ਉਸਨੇ ਖਾਨਿਆਂ ਵਾਲਿਆਂ ਤੱਕਿਆ ਤਾਂ ਉਹ ਉੱਥੇ ਚਾਨਣਾ ਹੀ ਚਾਨਣਾ ਸੀ। ਉਸਨੇ ਚੌਂ ਪੰਜਾਂ ਖਾਨਿਆਂ ਦੇ ਥਾਣ ਕੱਢ ਕੇ ਇੱਕ ਵਿੱਚ ਭਰ ਛੱਡੇ ਤੇ ਸੱਖਣਿਆਂ ਅੱਗੇ ਕੱਪੜੇ ਤਾਣ ਦਿੱਤੇ। ਗਾਹਕ ਉਸ ਪਾਸੋਂ ਹੋਰ ਚੀਜ਼ ਮੰਗਦਾ ਸੀ ਤੇ ਉਹ ਹੋਰ ਵਿਖਾਉਂਦਾ ਸੀ। ਚਾਬੀ ਦਾ ਲੱਠਾ, ਮਲਮਲਾਂ, ਬੋਸਕੀਆਂ ਤੇ ਹੋਰ ਮੋਟੀਆਂ ਚੀਜ਼ਾਂ ਆਉਣ ਵਾਲੇ ਨੇ ਜਾਂ ਪੇਟੀਆਂ ਖੋਲ੍ਹਣ ਵਾਲੀਆਂ ਨੇ ਕਹਿ ਕੇ ਗਾਹਕਾਂ ਨੂੰ ਟਾਲ ਛੱਡਣਾ। ਇਹ ਠੱਗੀ ਬੱਗੀ ਕਿੰਨਾ ਕੁ ਚਿਰ ਚੱਲਦੀ, ਉਸਨੂੰ ਤਬਲੇ ਮੂਧੇ ਹੁੰਦੇ ਜਾਪੇ। ਸਾਰਾ ਦਿਨ ਬੈਠਣ ਤੇ ਵੀ ਕੋਈ ਵਿਕਰੀ ਨਹੀਂ ਸੀ ਹੁੰਦੀ। ਗਾਹਕ ਆਉਂਦੇ ਸਨ ਪਰ ਖਾਲੀ ਹੀ ਮੁੜ ਜਾਂਦੇ ਸਨ। ਇੱਕ ਦਿਨ ਰਾਤੀ ਸੁੱਤਿਆਂ ਉਹ ਜ਼ਬਾਨੀ ਜਮ੍ਹਾਂ ਖਰਚ ਗਿਣਨ ਲੱਗਾ। ਉਸਨੇ ਅਨੁਮਾਨ ਲਾਇਆ ਤਾਂ ਪਤਾ ਲੱਗਾ ਕਿ ਸਾਰਾ ਪਾ ਲਾ ਕੇ ਉਹ ਇਸ ਸਮੇਂ 5000 ਦਾ ਕਰਜ਼ਾਈ ਹੈ। ਹੱਟੀ ਵਿੱਚ ਮਾਲ ਤਾਂ ਮਸੀਂ 500-600 ਦਾ ਹੀ ਸੀ। ਉਸਦਾ ਮੱਥਾ ਠਣਕਿਆ। 1 ਤਰੀਕ ਨੂੰ 500 ਦੀ ਹੁੰਡੀ ਭੁਗਤਾਣੀ ਹੈ। ਮਕਾਨ ਦਾ 6 ਮਹੀਨਿਆਂ ਦਾ ਵਿਆਜ, ਹੱਟੀ ਦਾ ਵਰੇ ਦਾ ਕਿਰਾਇਆ, ਬੈਂਕ ਵਾਲਿਆਂ ਦਾ ਨੋਟਸ ਤੇ ਹੋਰ ਕਈ ਅੱਜ ਭਲਕ ਦੇ ਇਕਰਾਰ ਵਾਲੀਆਂ ਰਕਮਾਂ। ਇਹਨਾਂ ਸਾਰੀਆਂ ਗੱਲਾਂ ਨੂੰ ਉਹ ਜਿਉਂ ਦੁਹਰਾਉਂਦਾ ਸੀ, ਉਸਦੀ ਘਬਰਾਹਟ ਵੱਧਦੀ ਜਾਂਦੀ। ਦੀਵਾਨ ਸਿੰਘ ਦਾ ਕੰਮ ਹਿੱਲ ਗਿਆ। ਸਾਰੇ ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਛਿੜ ਗਈ। ਧਾੜਾਂ ਦੀਆਂ ਧਾੜਾਂ ਲਹਿਣੇਦਾਰ ਉਸਦੀ ਹੱਟੀ ਅੱਗੇ ਧਰਨਾ ਮਾਰ ਕੇ ਆ ਬੈਠੇ, ਪਰ ਉਸਦੀ ਅੰਦਰ ਤਾਂ ਫੁੱਟੀ ਕੌਡੀ ਵੀ ਨਹੀਂ ਸੀ। ਨੌਬਤ ਦਿਵਾਲੇ ਤੱਕ ਆ ਪਹੁੰਚੀ, ਪਰ ਲਹਿਣੇਦਾਰ ਨੇ ਇਸ ਵਿੱਚ ਸੰਤੋਖ ਨਾ ਕੀਤਾ। ਉਹਨਾਂ ਨੇ ਅਦਾਲਤ ਨੂੰ ਦੀਵਾਨ ਸਿੰਘ ਦੀ ਬਦਨੀਤੀ ਦਾ ਸਬੂਤ ਦਿਵਾਇਆ। ਅੰਤ ਖਰਚਾ ਰੱਖ ਕੇ ਉਸਨੂੰ ਅੰਦਰ ਕਰਾ ਦਿੱਤਾ ਗਿਆ। ਪਾਰਵਤੀ ਢਿੱਡ ਵਿੱਚ ਮੁੱਕੀਆਂ ਮਾਰਦੀ ਫਿਰਦੀ ਸੀ। ਉਸਨੇ ਸ਼ੀਲਾ ਦੇ ਸਹੁਰਿਆਂ ਤੋਂ ਕੁਝ ਰੁਪਏ ਮੰਗ ਭੇਜੇ। ਉਹਨਾਂ ਦਾ ਉੱਤਰ ਆਇਆ, ਰੁਪਈਏ ਤਾਂ ਇਸ ਵੇਲੇ ਤਿਆਰ ਨਹੀਂ, ਕਣਕ ਬਥੇਰੀ ਪਈ ਏ, ਜੇ ਬਹੁਤ ਲੋੜ ਏ ਤਾਂ ਲਿਖੋ ਜੋ ਵੇਚ ਕੇ ਰੁਪਈਏ ਭੇਜੇ ਜਾ ਸਕਣ। ਇੱਧਰੋਂ ਉੱਤਰ ਗਿਆ, ਜਿਸ ਤਰ੍ਹਾਂ ਵੀ ਹੋ ਸਕੇ ਮਦਦ ਕਰੋ। ਉਹਨਾਂ ਗਲੋਂ ਲਾਉਣ ਲਈ ਠੁੱਲ ਮਾਰਿਆ ਸੀ, ਪਰ ਇਹ ਵੇਖ ਕੇ ਕਿ ਇੱਥੇ ਤਾਂ ਡੂਮਾਂ ਨਾਲ ਸੁਲ੍ਹਾ ਮਾਰਨ ਵਾਲੀ ਗੱਲ ਹੈ, ਉਹ ਕੰਨਾਂ ਘੇਸਲ ਮਾਰ ਗਏ। ਜਿੱਥੇ ਸਾਂਝ ਵਰਤੋਂ ਸੀ, ਪਾਰਵਤੀ ਸਾਰਿਆਂ ਕੋਲ ਫਿਰੀ, ਹਾੜੇ ਕੱਢੇ, ਨੱਕ ਰਗੜੇ, ਪਰ ਇਹਨਾਂ ਤਿਲਾਂ ਵਿੱਚ ਤੇਲ ਕਿੱਥੇ ਸੀ। ਕਈਆਂ ਪਾਸੋਂ ਤਾਂ ਮੂੰਹ ਪਾੜਵਾਂ ਉੱਤਰ ਮਿਲਦਾ। ਬੀਬੀ ਰਾਣੀ ਚਾਦਰ ਵੇਖ ਕੇ ਪੈਰ ਪਸਾਰਨੇ ਸੀ। ਔਖੇ ਵੇਲੇ ਕੌਣ ਕਿਸੇ ਦਾ ਬਣਦਾ ਹੈ। ਹੁਣ ਜਿਹੜੀ ਰੱਬ ਵੱਲੋਂ ਆਈ ਉਹ ਸਿਰ ਮੱਥੇ ਤੇ ਸਹਾਰ। ਇਸ ਤਰ੍ਹਾਂ ਘਰ ਫਿਰਿਆਂ ਤੇ ਰੋਇਆਂ ਧੋਇਆਂ ਕੀ ਬਣਦਾ ਏ। ਇਹ ਗੱਲਾਂ ਪਾਰਵਤੀ ਉਹਨਾਂ ਲੋਕਾਂ ਦੇ ਮੂੰਹੋਂ ਹੀ ਸੁਣ ਰਹੀ ਸੀ ਜਿਹੜੇ ਅਜੇ ਕੱਲ ਹੀ ਸ਼ੀਲਾ ਦੇ ਵਿਆਹ ਵੇਲੇ ਦੂਰੀਆਂ ਤੇ ਚੌਰੀਆਂ ਭਾਜੀਆਂ ਲੈਂਦਿਆਂ ਹੋਇਆਂ ਉਸਦੀਆਂ ਵਾਰਾਂ ਗਾਉਂਦੇ ਨਹੀਂ ਸੀ ਥੱਕਦੇ। ਸੰਧਿਆ ਦਾ ਹਨੇਰਾ ਵੱਧ ਰਿਹਾ ਸੀ। ਪਾਰਵਤੀ ਸਭਨਾਂ ਪਾਸਿਆਂ ਤੋਂ ਨਿਰਾਸ਼ ਹੋ ਕੇ ਘਰ ਆ ਡੱਠੀ। ਸ਼ੀਲਾ ਵੀ ਰੋ ਰਹੀ ਸੀ। ਅੱਜ ਦੀਵਾ ਬਾਲਣ ਦਾ ਕਿਸੇ ਨੂੰ ਚੇਤਾ ਨਹੀਂ ਸੀ। ਅੱਗੇ ਤਾਂ ਆਂਢੋ ਗੁਆਂਢੋਂ ਹੀ 2-4 ਤੀਵੀਆਂ ਆ ਕੇ ਜ਼ਬਾਨੀ ਹਮਦਰਦੀ ਕਰ ਜਾਂਦੀਆਂ ਸਨ, ਪਰ ਹੁਣ ਇਸ ਰਾਹੋਂ ਜੇ ਕਿਸੇ ਲੰਘਣਾ ਵੀ ਹੁੰਦਾ ਤਾਂ ਵਲਾ ਕੇ ਦੂਜੇ ਰਾਹੋਂ ਲੰਘ ਜਾਂਦੀਆਂ। ਹਰ ਕਿਸੇ ਨੂੰ ਡਰ ਸੀ ਕੁਝ ਮੰਗ ਨਾ ਲਵੇ। ਅਚਾਨਕ ਹੀ ਹਨੇਰੇ ਘੁੱਪ ਵਿੱਚ ਭਾਬੀ ਜੀ ਪੈਰੀਂ ਪੈ ਦੀ ਆਵਾਜ਼ ਗੂੰਜ ਉੱਠੀ।
शीला छेती नाल उठ के अंदर चली गई। जाके उसने लैंप जगाई। ਜਵਾਈ ਦੀ ਪਿੱਠ ਤੇ ਪਿਆਰ ਦਿੰਦੀ ਹੋਈ ਪਾਰਵਤੀ ਬੋਲੀ, ਜਿਉਂਦਾ ਰਹਿ, ਵੱਡੀਆਂ ਉਮਰਾਂ। ਉਸ ਦੇ ਢਹਿੰਦੇ ਦਿਲ ਨੂੰ ਧਰਾਸ ਜੀ ਮਿਲ ਗਈ। ਅਜਿਹੇ ਔਖੇ ਵੇਲੇ ਜਦ ਹਰ ਕੋਈ ਉਸਦੇ ਪਰਛਾਵੇਂ ਤੋਂ ਡਰਦਾ ਸੀ, ਜਵਾਈ ਦਾ ਆ ਜਾਣਾ ਪਾਰਵਤੀ ਲਈ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਕੋਈ ਡੁੱਬ ਰਹੇ ਆਦਮੀ ਦਾ ਹੱਥ ਫੜ ਲਵੇ। ਉਹਦੀ ਚਿੰਤਾ ਦੂਰ ਹੋ ਗਈ। ਸੁੱਖ ਸਾਂਦ ਪੁੱਛਣ ਤੋਂ ਪਿੱਛੋਂ ਉਹ ਬੋਲੀ, ਮੈਂ ਤੇ ਕਈਆਂ ਦਿਨਾਂ ਤੋਂ ਰਾਹ ਪਈ ਵੇਖਦੀ ਸਾਂ, ਇਹੋ ਖਿਆਲ ਸੀ ਹੁਣ ਵੀ ਆਇਆ। ਖੱਤ ਦਾ ਜਵਾਬ ਕੋਈ ਨਾ ਦਿੱਤਾ। ਮੈਂ ਆਖਾਂ ਸੁੱਖ ਸਾਂਦ ਹੋਵੇ। ਸ਼ਾਮ ਸਿੰਘ ਬੋਲਿਆ, ਮੈਂ ਤੇ ਕਿੰਨੇ ਚਿਰ ਤੋਂ ਆਉਣ ਗਾਉਣ ਕਰਦਾ ਸਾਂ, ਪਰ ਕੰਮ ਧੰਦੇ ਦੀ ਵਜ੍ਹਾ ਕਰਕੇ ਵਕਤ ਨਾ ਮਿਲਿਆ। ਗੱਲ ਕੀ ਸੀ ਭਾਈ ਹੋਰਾਂ? ਗੱਲ ਕੀ ਹੋਣੀ ਸੀ ਕਾਕਾ ਜੀ? ਕਰਮਾਂ ਜੋ ਹਾਰ ਦੇ ਦਿੱਤੀ। ਅੱਜ ਚੌਥਾ ਦਿਨ ਏ, ਨਾ ਚੁੱਲ੍ਹੇ ਅੱਗ ਨਾ ਘੜੇ ਪਾਣੀ। ਦਿਨ ਰਾਤ ਰੋਂਦਿਆਂ ਕੁਰਲਾਉਂਦਿਆਂ ਬੀਤ ਜਾਂਦਾ। ਕੁੜੀ ਵਿਚਾਰੀ ਨੇ ਜਿਸ ਵੇਲੇ ਦਾ ਸੁਣਿਆ ਰੋ ਰੋ ਕੇ ਦੀਦੇ ਗਾਲ ਲਏ ਸੂ। ਕੀ ਦੱਸਾਂ ਆਪਣੇ ਕਰਮ ਜੋ ਮਾੜੇ ਹੋਏ। ਪਰ ਗੱਲ ਕੀ ਸੀ? ਗੱਲਾਂ ਹੁਣ ਸੁਣੇਗਾ ਹੀ ਨਾ। ਆਇਆ ਜਿਵੇਂ ਹੁਣ ਕਾਕਾ ਤੁਹਾਡਾ ਤੇ ਰੱਬ ਦਾ ਹੀ ਆਸਰਾ। ਇਸੇ ਲਈ ਧੀਆਂ ਦੇ ਕੇ ਪੁੱਤਰ ਸਹੇੜੀ ਦੇ ਨੇ। ਸ਼ਾਬਾਸ਼ ਏ, ਫਿਰ ਵੀ ਤੁਹਾਨੂੰ ਸੁਣਦਿਆਂ ਸਾਰ ਨੱਸਿਆ ਆਇਆ ਹੈ। ਇਸ ਕਰਕੇ ਆਂਦੇ ਨੇ ਨਾ ਵੀ ਆਪਣਾ ਕੋਈ ਹੋਵੇ ਸਹੀ। ਸਾਨੂੰ ਤਾਂ ਕਾਕਾ ਉਧਾਰਾਂ ਨੇ ਡੋਬ ਦਿੱਤਾ। ਹਜ਼ਾਰਾਂ ਰੁਪਈਏ ਲੋਕਾਂ ਤੋਂ ਲੈਣੇ ਸੀ, ਕੋਈ ਦੇਣ ਦਾ ਨਾਂ ਨਹੀਂ ਲੈਂਦਾ, ਤੇ ਜਿਨ੍ਹਾਂ ਦੇ ਦੇਣੇ ਉਹ ਤਲਵਾਰਾਂ ਕੱਸੀ ਫਿਰਦੇ ਨੇ। ਮੈਂ ਆਨੀ ਆ ਤੇਰਾ ਭਾਈਆ ਕਿਸੇ ਤਰ੍ਹਾਂ ਇੱਕ ਵਾਰੀ ਬਾਹਰ ਆ ਜਾਂਦਾ। ਠੀਕ ਹੈ, ਪਰ ਰੁਪਈਏ ਦਿੱਤੇ ਬਗੈਰ ਤਾਂ ਬਾਹਰ ਆਉਣਾ ਮੁਸ਼ਕਿਲ ਏ। ਫਿਰ ਦੱਸ ਹੁਣ ਕੀ ਬਣੇ? ਕੋਈ ਫਿਕਰ ਨਹੀਂ ਕਰਨਾ, ਕਿੰਨੇ ਕੁ ਨਾਲ ਕੰਮ ਹੋ ਜਾਏਗਾ। ਪਾਰਵਤੀ ਦੀ ਛਾਤੀ ਦਾ ਬੋਝ ਹੌਲਾ ਹੋ ਗਿਆ। ਉਹਨੇ ਸੁਖਾਲਾ ਸਾਹ ਲਿਆ। ਫਿਰ ਬੋਲੀ, 3000 ਨਾਲ ਕੰਮ ਸਰ ਜੇਗਾ। ਫਿਰ ਕੋਈ ਗੱਲ ਨਹੀਂ, ਕੁਝ ਰੁਪਈਆ ਮੈਂ ਲਿਆਇਆ ਵਾਂ, ਬਾਕੀ ਸ਼ੀਲਾ ਦੇ ਗਹਿਣੇ ਵੇਚ ਕੇ ਪੂਰੇ ਕਰ ਲਵਾਂਗੇ। ਤੁਹਾਡਾ ਗਹਿਣਾ? ਹਾਂ, ਕੋਈ ਗੱਲ ਨਹੀਂ, ਇਸ ਗੱਲ ਦਾ ਫਿਕਰ ਨਾ ਕਰੋ, ਫਿਰ ਬਣ ਜਾਏਗਾ। ਖੁਸ਼ੀ, ਸ਼ਰਮ ਤੇ ਜਵਾਈ ਦੇ ਅਹਿਸਾਨ ਦੇ ਬੋਝ ਨਾਲ ਪਾਰਵਤੀ ਦਾ ਸਿਰ ਨਿਵ ਗਿਆ। ਦੂਜੇ ਦਿਨ ਸ਼ੀਲਾ ਦਾ ਸਾਰਾ ਗਹਿਣਾ ਲੈ ਕੇ ਸ਼ਾਮ ਸਿੰਘ ਬਾਜ਼ਾਰ ਚਲਾ ਗਿਆ। ਉਹ ਰੋਟੀ ਵੇਲੇ ਤੱਕ ਨਾ ਮੁੜਿਆ। ਪਾਰਵਤੀ ਨੇ ਖਿਆਲ ਕੀਤਾ ਸ਼ਾਇਦ ਉਧਰੋਂ ਹੀ ਕਚਹਿਰੀ ਚਲਾ ਗਿਆ ਹੋਵੇ। ਉਸਦਾ ਵਾਲ ਜਵਾਈ ਨੂੰ ਅਸੀਸਾਂ ਦੇ ਰਿਹਾ ਸੀ। ਰਾਤ ਪੈ ਗਈ। ਪਾਰਵਤੀ ਇਸ ਉਡੀਕ ਵਿੱਚ ਸੀ ਕਿ ਹੁਣੇ ਸਹੁਰਾ ਜਵਾਈ ਆਏ, ਪਰ ਦੋਹਾਂ ਵਿੱਚੋਂ ਕੋਈ ਨਾ ਆਇਆ। ਪਾਰਵਤੀ ਦੇ ਦਿਲ ਨੂੰ ਹੌਲ ਪੈਣ ਲੱਗਾ। ਅੰਤ ਉਸਦਾ ਦਿਲ ਬੋਲ ਉੱਠਿਆ। ਸ਼ਾਮ ਸਿੰਘ ਉਸਦੀ ਸਹਾਇਤਾ ਕਰਨ ਨਹੀਂ, ਗਹਿਣਾ ਲੈਣ ਆਇਆ ਸੀ। ਸਾਰੇ ਸ਼ਹਿਰ ਵਿੱਚ ਰੌਲਾ ਮੱਚ ਗਿਆ। ਲੋਕੀ ਵਾਹੋ ਦਾਹੀਂ ਸ਼ਹਿਰੋਂ ਬਾਹਰ ਨੱਸੇ ਜਾ ਰਹੇ ਸਨ। ਰੇਲ ਦੀ ਪਟੜੀ ਉੱਤੇ ਇੱਕ ਲੋਥ ਦੇ ਦੁਆਲੇ ਚੋਖੀ ਭੀੜ ਇਕੱਠੀ ਹੋਈ ਸੀ। ਇੱਕ ਬੁੱਢੀ ਤੇ ਇੱਕ ਮੁਟਿਆਰ ਉੱਤੇ ਡਿੱਗ ਕੇ ਪਿੱਟਦੀਆਂ ਹੋਈਆਂ ਸਿਰ ਦੇ ਵਾਲ ਖੋ ਰਹੀਆਂ ਸਨ। ਪੁਲਸੀਆਂ ਤੋਂ ਛੁੱਟ ਕਿਸੇ ਵੀ ਵੇਖਣ ਵਾਲੇ ਦੀਆਂ ਅੱਖਾਂ ਸੁੱਕੀਆਂ ਨਹੀਂ ਸਨ। ਪੁਲਿਸ ਲੋਥ ਦੀ ਪੜਚੋਲ ਕਰ ਰਹੀ ਸੀ। ਲੋਥ ਦੇ ਖਿੱਸੇ ਵਿੱਚ ਇੱਕ ਕਾਗਜ਼ ਦਾ ਪੁਰਜਾ ਨਿਕਲਿਆ, ਜਿਸ ਦਾ ਮਜ਼ਮੂਨ ਇਹ ਸੀ, ਬਦਨ ਸੀ ਪਾਰਵਤੀ, ਤੇਰੇ ਇਸ ਉੱਚੇ ਨੱਕ ਨੂੰ ਬਚਾਉਂਦਾ ਮੈਂ ਸਭ ਕੁਝ ਗੁਆ ਬੈਠਾ। ਸਰੀਰ ਬਾਕੀ ਸੀ, ਪਰ ਇਹ ਵੀ ਨਹੀਂ ਰੱਖ ਸਕਿਆ। ਮੌਤ ਤੋਂ ਬਿਨਾਂ ਇਸ ਨੂੰ ਝੱਲਣ ਲਈ ਹੁਣ ਕੋਈ ਥਾਂ ਨਹੀਂ।